लगातार न्यूज़ 18 ਤੇ ਅਸੀਂ ਮਹਾ ਕਵਰੇਜ ਜਿਹੜੀ ਆ ਉਹ ਦਿਖਾ ਰਹੇ ਹਾਂ। ਲਗਾਤਾਰ ਹਰ ਪਾਰਟੀ ਦੀ ਗਤੀਵਿਧੀ ਤੇ ਸਾਡੀ ਨਜ਼ਰ ਹੈ। ਹਰ ਪਾਰਟੀ ਦੇ ਕੀ ਸਮੀਕਰਨ ਨੇ, ਪਿਛਲੇ ਸਮੇਂ ਦੇ ਵਿੱਚ ਕੀ ਸਮੀਕਰਨ ਰਹੇ ਨੇ। ਗੌਰਵ ਸ਼ੁਕਲਾ ਮੇਰੇ ਸਹਿਯੋਗੀ ਜੁੜੇ ਹੋਏ ਨੇ। ਗੌਰਵ, ਆਪਾਂ ਜ਼ਿਕਰ ਕਰ ਰਹੇ ਸੀ ਰੂਰਲ ਸੀਟਾਂ ਦਾ, ਸ਼ਹਿਰੀ ਸੀਟਾਂ ਦਾ, ਬੜੇ ਤਰ੍ਹਾਂ ਦੇ ਸਮੀਕਰਨ ਨੇ। ਇਹ ਜੋੜ ਘਟਾਓ ਅੰਕੜੇ ਬੜੇ ਇੰਪੋਰਟੈਂਟ ਹੁੰਦੇ ਨੇ। बिल्कुल लाजमी तौर पर विजय जिहड़ा असीं जिक्र कर रहे हैं, देखो ਜਿਹੜੇ ਅੰਕੜੇ ਨੇ ਬਹੁਤ ਕੁਝ ਇਸ਼ਾਰਾ ਕਰਦੇ ਨੇ ਕਿ ਕਿਸ ਤਰੀਕੇ ਨਾਲ 2017 12 2007 ਦੇ ਵਿੱਚ ਜਿਹੜਾ VOTING ਪਰਸੈਂਟੇਜ ਆਇਆ ਜਾਂ ਕਿਸ ਤਰੀਕੇ ਨਾਲ ਲੋਕਾਂ ਨੇ ਵੋਟ ਕੀਤਾ। ਅੱਜ ਅਸੀਂ ਉਸ ਦੇ ਉੱਤੇ ਜ਼ਿਕਰ ਕਰ ਰਹੇ ਹਾਂ। ਮੈਂ ਹੁਣ ਗੱਲ ਕਰਾਂਗਾ ਵੱਖ-ਵੱਖ ਸਿਆਸੀ ਪੱਟੀਆਂ ਦੀ, ਪੰਜਾਬੀ ਪਾਰਟੀਆਂ ਦੀ, ਕਿ ਉਹਨਾਂ ਦੇ ਕੀ ਸਮੀਕਰਨ ਰਹੇ ਨੇ ਇਸ ਵਾਰ, ਔਰ ਖਾਸ ਤੌਰ ਤੇ ਕਾਂਗਰਸ ਦੇ, ਅਕਾਲੀ ਦਲ ਦੇ, ਉਸ ਤੋਂ ਬਾਅਦ BJP ਦੇ, ਆਮ ਆਦਮੀ ਪਾਰਟੀ ਦੇ। ਤਾਂ ਉਹਨਾਂ ਦੇ ਸਮੀਕਰਨਾਂ ਦਾ ਅਸੀਂ ਅੱਜ ਜ਼ਿਕਰ ਕਰਾਂਗੇ। ਇੱਕ ਇੱਕ ਕਰਕੇ ਮੈਂ ਸਾਰੀਆਂ ਪਾਰਟੀਆਂ ਦਾ ਜ਼ਿਕਰ ਕਰਾਂਗਾ, ਤੁਹਾਡੇ ਤੱਕ ਔਰ ਪੂਰੇ ਦਰਸ਼ਕਾਂ ਤੱਕ ਜਾਣਕਾਰੀ ਅਸੀਂ ਪਹੁੰਚਾਵਾਂਗੇ। ਤਾਂ VOTING ਦੇ ਲਈ ਪੰਜਾਬ ਤਿਆਰ ਹੈ। ਅਸੀਂ ਕੁਝ ਹੋਰ ਗ੍ਰਾਫਿਕਸ ਦੇ ਜ਼ਰੀਏ ਜਾਣਕਾਰੀ ਆਪਣੇ ਦਰਸ਼ਕਾਂ ਦੇ ਲਈ ਲੈ ਕੇ ਆ ਰਹੇ ਹਾਂ। ਕੁਝ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਵੱਖ-ਵੱਖ ਥਾਵਾਂ ਤੇ ਉੱਤੇ ਇੰਤਜ਼ਾਮ ਕਿਨੇ ਉਹ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਸਵੀਰਾਂ ਦੇ ਜ਼ਰੀਏ। ਹੁਣ ਮੈਂ ਅੱਗੇ ਵਧਦਾ ਤੇ ਹੁਣ ਤੁਹਾਨੂੰ ਦਿਖਾਵਾਂਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਮੁੱਖ ਸਿਆਸੀ ਪਾਰਟੀਆਂ ਨੇ, ਜਿਹੜੀਆਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ। ਟਰੈਕਟਰ ਆ ਰਿਹਾ ਹੈ। ਟਰੈਕਟਰ ਕਿਸ ਦਾ ਹੈ? ਟਰੈਕਟਰ ਹੈ ਕਾਂਗਰਸ ਦਾ। ਜੇ ਟਰੈਕਟਰ ਕਾਂਗਰਸ ਦਾ ਆ ਰਿਹਾ ਹੈ ਤੇ ਇਸ ਦੇ ਵਿੱਚ ਕੀ ਕੁਝ ਖਾਸ ਆ ਉਹ ਤੁਹਾਨੂੰ ਦੱਸਦੇ ਹਾਂ। ਦੇਖੋ, ਟਰੈਕਟਰ ਕਾਂਗਰਸ ਦਾ ਹੈ ਔਰ ਮੁੱਖ ਮੰਤਰੀ ਦਾ ਚਿਹਰਾ ਚੰਨੀ ਸਿੱਧੂ ਨੂੰ ਪਾਰਟੀ ਦੀ ਕਮਾਨ ਹੈ। ਪਲੱਸ ਪੁਆਇੰਟ ਨੇ ਕਾਂਗਰਸ ਜਿਹੜੇ ਲੋਕਾਂ ਤੱਕ ਪਹੁੰਚ ਕਰਨ ਦੇ ਲਈ ਕਾਂਗਰਸ ਨੇ ਨੇ। ਤਾਂ ਕਾਂਗਰਸ ਦਾ ਟਰੈਕਟਰ ਚਲਾ ਗਿਆ। ਕਾਂਗਰਸ ਦਾ ਟਰੈਕਟਰ ਇੱਕ ਵਾਰੀ ਫੇਰ ਆਏਗਾ। ਮੈਂ ਜ਼ਿਕਰ ਕਰ ਰਿਹਾ ਕਿ ਜਿਹੜੇ ਪੁਆਇੰਟਸ ਨੇ, ਮੈਂ ਵੀ ਥੋੜਾ ਜਿਹਾ ਪਿੱਛੇ ਰਹਾ ਟਰੈਕਟਰ ਤੋਂ। ਔਰ ਜਿਹੜਾ ਚਰਨਜੀਤ ਸਿੰਘ ਚੰਨੀ ਨੂੰ ਚਿਹਰਾ ਬਣਾਇਆ ਗਿਆ ਕਾਂਗਰਸ ਦੇ ਵੱਲੋਂ, 5 ਸਾਲਾਂ ਤੋਂ ਸੱਤਾ ਦੇ ਵਿੱਚ ਨੇ। CM ਚੰਨੀ ਨੂੰ ਦੁਬਾਰਾ ਚਿਹਰਾ ਬਣਾਇਆ ਗਿਆ ਹੈ। ਤਾਂ ਇੱਕ ਵੱਡਾ ਜ਼ਰੂਰ ਉਹਨਾਂ ਦੇ ਲਈ ਚੈਲੰਜ ਹੈ ਦੁਬਾਰਾ ਸੱਤਾ ਹਾਸਲ ਕਰਨਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ। ਅਕਾਲੀ ਦਲ ਦਾ ਟਰੈਕਟਰ ਆ ਚੁੱਕਿਆ। ਅਕਾਲੀ ਦਲ ਦਾ ਟਰੈਕਟਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਾਰਟੀ ਦਾ ਚਿਹਰਾ, ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਨੇ। ਔਰ 5 ਸਾਲ ਤੋਂ ਸੱਤਾ ਤੋਂ ਦੂਰ ਹੈ ਸ਼੍ਰੋਮਣੀ ਅਕਾਲੀ ਦਲ। ਤਾਂ ਲਾਜ਼ਮੀ ਤੌਰ ਤੇ ਅਕਾਲੀ ਦਲ ਇਹ ਕੋਸ਼ਿਸ਼ ਕਰੇਗਾ ਕਿ ਕਿਸ ਤਰੀਕੇ ਨਾਲ ਅਸੀਂ ਸੱਤਾ ਦੇ ਵਿੱਚ ਵਾਪਸੀ ਕਰੀਏ। ਔਰ ਅਕਾਲੀ ਦਲ ਦੇ ਟਰੈਕਟਰ ਚਲਾ ਗਿਆ, ਦੁਬਾਰਾ ਆਏਗਾ। ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਦਾ 5 ਵਾਰ ਮੁੱਖ ਮੰਤਰੀ ਦਾ ਤਜਰਬਾ ਵੀ ਹੈ। ਤਾਂ ਉਹ ਤਜਰਬਾ ਕਿਤੇ ਨਾ ਕਿਤੇ ਇੱਕ ਵੱਡਾ ਜ਼ਰੂਰ ਪਲੱਸ ਪੁਆਇੰਟ ਹੈ। ਹੁਣ ਆ ਗਿਆ ਟਰੈਕਟਰ ਆਮ ਆਦਮੀ ਪਾਰਟੀ ਦਾ। ਜੀ ਹਾਂ, ਆਮ ਆਦਮੀ ਪਾਰਟੀ ਦਾ ਟਰੈਕਟਰ ਆ ਕੇ ਰੁਕਿਆ ਹੈ। ਚਿਹਰਾ ਨੇ ਭਗਵੰਤ ਮਾਨ ਆਮ ਆਦਮੀ ਤੋਂ ਬਣਾਏ ਗਏ ਨੇ। 2017 ਵਿੱਚ ਮੁੱਖ ਵਿਰੋਧੀ ਪਾਰਟੀ ਬਣਨ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਚ ਉਤਰੀ ਸੀ ਤੇ ਕਾਮਯਾਬ ਰਹੀ ਸੀ। ਇਸ ਵਾਰ ਆਮ ਆਦਮੀ ਪਾਰਟੀ ਦਿੱਲੀ ਮਾਡਲ ਦੇ ਉੱਤੇ ਪੂਰਾ ਦਾਅ ਲਗਾ ਰਹੀ ਹੈ, ਦਿੱਲੀ ਮਾਡਲ ਦਾ ਵਾਰ-ਵਾਰ ਜ਼ਿਕਰ ਕਰ ਰਹੀ ਹੈ। ਤਾਂ ਆਮ ਆਦਮੀ ਪਾਰਟੀ ਦਾ ਇੱਕ ਵਾਰ ਫਿਰ ਤੋਂ ਜਿਹੜਾ ਟਰੈਕਟਰ ਹੈ ਉਹ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਤੇ ਹੁਣ ਗੱਲ ਹੋਵੇਗੀ BJP ਦੀ। BJP ਦੇ ਟਰੈਕਟਰ ਦੇ ਵਿੱਚ ਇਸ ਵਾਰ ਕਈ ਹੋਰ ਲੋਕ ਵੀ ਸਵਾਰ ਨੇ BJP ਵਾਲੀ ਟਰਾਲੀ ਦੇ ਵਿੱਚ। ਸਾਰਥੀ ਬੇਸ਼ੱਕ ਟਰੈਕਟਰ BJP ਦਾ ਹੋਵੇ, ਪਰ ਟਰਾਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਵੀ ਹੈ। ਫਿਰ ਨਾਲ ਸੁਖਦੇਵ ਸਿੰਘ ਢੀਂਡਸਾ ਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਮੋਰਚਾ ਵੀ ਹੈ। ਤੇ ਇਸ ਵਿਚਾਲੇ ਜਿਹੜਾ ਅੰਦੋਲਨ ਦਾ ਸਾਇਆ ਉਹਨਾਂ ਦੇ ਲਈ ਇੱਕ ਵੱਡੀ ਚੁਣੌਤੀ ਹੋਏਗੀ। ਔਰ BJP ਦੇ ਲਈ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਉੱਤੇ ਵੀ ਵੋਟਾਂ ਮੰਗਣ ਦੀ ਕੋਸ਼ਿਸ਼ BJP ਲਾਜ਼ਮੀ ਤੌਰ ਦੇ ਉੱਤੇ ਕਰਦੀ ਹੈ ਔਰ ਕਈ ਇਲੈਕਸ਼ਨਾਂ ਦੇ ਵਿੱਚ ਕਾਮਯਾਬ ਹੋਈ ਹੈ। ਪੰਜਾਬ ਦੇ ਵਿੱਚ ਕਿਵੇਂ ਕਾਮਯਾਬ ਹੋਏਗੀ, ਕੀ ਪ੍ਰਧਾਨ ਮੰਤਰੀ ਦੇ ਨਾਮ ਦੇ ਉੱਤੇ ਵੋਟਾਂ ਪੈਂਦੀਆਂ ਨੇ, ਇਹ ਇੱਕ ਵੱਡਾ ਸਵਾਲ ਲਾਜ਼ਮੀ ਤੌਰ ਤੇ ਹੋਏਗਾ। ਤੇ ਅਸੀਂ BJP ਦੇ ਟਰੈਕਟਰ ਦਾ ਜ਼ਿਕਰ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਅੱਗੇ ਵਧਾਂਗੇ ਹੁਣ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਵੀ BJP ਦੇ ਟਰਾਲੀ ਦੇ ਵਿੱਚ ਬੇਸ਼ੱਕ ਕੈਪਟਨ ਹੋਣ ਤੇ ਉਹਨਾਂ ਦਾ ਇੱਕ ਵੱਖਰਾ ਟਰੈਕਟਰ ਵੀ ਹੈ। ਅਦਰਸ ਵਾਲੇ ਖਾਤੇ ਅਸੀਂ ਜ਼ਰੂਰ ਪਾ ਦਿੱਤਾ, ਪਰ ਕੈਪਟਨ ਦੇ ਟਰੈਕਟਰ ਦੇ ਵਿੱਚ ਖਾਸ ਕੀ ਹੈ? ਦਰਅਸਲ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ। 2017 ਵਾਲੀਆਂ ਚੋਣਾਂ ਦੇ ਵਿੱਚ ਕੈਪਟਨ ਦਾ ਚਿਹਰਾ ਦਿਖਾ ਕੇ ਕਾਂਗਰਸ ਨੇ ਵੋਟਾਂ ਲਈਆਂ ਸੀ। ਪਟਿਆਲਾ ਦਾ ਕਿਲਾ ਬਚਾਉਣ ਦੀ ਚੁਣੌਤੀ ਹੈ। ਇੱਕ ਪਟਿਆਲਾ ਦਾ ਕਿਲਾ ਵੱਡਾ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜ਼ਿਕਰ ਕੀਤਾ ਵੀ ਜਾਂਦਾ ਹੈ। ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ, ਸੁਖਦੇਵ ਸਿੰਘ ਢੀਂਡਸਾ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਜ਼ਰੂਰ ਹੋਏਗੀ। ਇਹ ਜਿਹੜੀ ਅਸੀਂ PLC ਦਾ ਜ਼ਿਕਰ ਕਰ ਰਹੇ ਹਾਂ, ਪੰਜਾਬ ਲੋਕ ਕਾਂਗਰਸ ਉਹਨਾਂ ਦੇ ਵੱਲੋਂ ਬਣਾ ਲਈ ਗਈ। ਤਾਂ ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਜ਼ਰੂਰ ਹੈਗੇ ਨੇ। ਉਸ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਤੇ ਹੁਣ ਗੱਲ ਹੋਵੇਗੀ ਜਿਹੜੀ ਬਾਕੀ ਹੋਰ ਵੀ ਪਾਰਟੀਆਂ ਹੈਗੀਆਂ ਨੇ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਔਰ ਕਿਸਾਨਾਂ ਦਾ, ਸੰਯੁਕਤ ਸਮਾਜ ਮੋਰਚੇ ਦਾ। SSM ਆਪਣੀ ਹੀ ਇੱਕ ਵੱਡੇ ਧੜੇ ਦਾ ਸਾਥ ਸੰਯੁਕਤ ਸਮਾਜ ਮੋਰਚੇ ਨੂੰ, ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ, ਉਸ ਦੇ ਵਿੱਚ ਨਹੀਂ ਮਿਲਿਆ। ਤਾਂ ਉਹਨਾਂ ਦੇ ਲਈ ਚੁਣੌਤੀ ਹੈ। ਔਰ ਜੋ ਸਾਥ ਉਹਨਾਂ ਨੂੰ ਮਿਲਿਆ 2020-21 ਦੇ ਵਿੱਚ,
2021 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਸੀ, ਤਾਂ ਕਿ ਇਸ ਵਾਰ ਵੋਟਾਂ ਦੇ ਵਿੱਚ ਉਹ ਸਾਥ ਮਿਲੇਗਾ। ਖਾਸ ਇਹ ਵੀ ਹੈ ਜੋ ਅਸੀਂ ਜ਼ਿਕਰ ਵੀ ਕਰ ਰਹੇ ਸੀ ਕਿ ਨਹੀਂ ਸਾਥ ਮਿਲਿਆ ਕਈ ਜਿਹੜੀਆਂ ਜਥੇਬੰਦੀਆਂ ਦਾ, ਤਾਂ ਹੁਣ ਇੱਕ ਵੱਡੀ ਚੁਣੌਤੀ ਐਸਐਸਐਮ ਦੇ ਲਈ ਲਾਜ਼ਮੀ ਤੌਰ ਤੇ ਹੋਵੇਗੀ। ਕੁਝ ਹੋਰ ਅੰਕੜਿਆਂ ਦੇ ਨਾਲ ਮੈਂ ਵਾਪਸ ਆਵਾਂਗਾ। ਮੈਂ ਵਾਪਸ ਰੁਕ ਕਰਦਾ ਇੱਕ ਵਾਰ ਫਿਰ ਤੋਂ ਆਪਣੇ ਸਹਿਯੋਗੀ ਵਿਜੇਪਾਲ ਬਰਾੜ ਦਾ। ਵਿਜੇ, ਓਵਰ ਟੂ ਯੂ। ਬਿਲਕੁਲ ਗੌਰਵ, ਜਿਸ ਤਰੀਕੇ ਨਾਲ ਤੁਸੀਂ ਦਿਖਾਇਆ ਕਿ ਵੱਖ-ਵੱਖ ਪਾਰਟੀਆਂ ਦੇ ਜਿਹੜੇ ਟਰੈਕਟਰ ਨੇ ਉਹ ਆ ਰਹੇ ਨੇ, ਮੇਰੇ ਸਹਿਯੋਗੀ ਗੌਰਵ ਸ਼ੁਕਲਾ ਜਿਸ ਤਰੀਕੇ ਨਾਲ ਦਿਖਾ ਰਹੇ ਸੀ ਵੱਖ-ਵੱਖ ਪਾਰਟੀਆਂ ਦੇ ਟਰੈਕਟਰ, ਉਹਨਾਂ ਟਰੈਕਟਰ ਦੇ ਵਿੱਚ ਪਾਰਟੀਆਂ ਦੇ ਚਿਹਰੇ ਕਿਹੜੇ ਨੇ, ਕਿਹੜੇ ਚਿਹਰੇ ਤੇ ਪਾਰਟੀਆਂ ਚੋਣਾਂ ਲੜ ਰਹੀਆਂ ਨੇ ਔਰ ਕੀ ਉਹਨਾਂ ਦੇ ਏਜੰਡੇ ਨੇ, ਕਿਸ ਤਰੀਕੇ ਨਾਲ ਉਹ ਅੱਗੇ ਲੈ ਕੇ ਜਾਣਗੀਆਂ। ਹੋਰ ਵੀ ਗ੍ਰਾਫਿਕਸ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾਵਾਂਗੇ ਅੱਜ ਦੀਆਂ ਅਪਡੇਟਸ ਕੀ ਰਹੀਆਂ ਨੇ, ਵਿੱਚ ਉਸ ਤੇ ਵੀ ਨਜ਼ਰ ਪਾ ਲੈਂਦੇ ਹਾਂ। ਅੱਜ ਇੱਕ ਦਿੱਲੀ ਦੇ ਵਿੱਚ ਬੜੀ ਅਹਿਮ ਜਿਹੜੀ ਮੁਲਾਕਾਤ ਹੋਈ ਹੈ ਅਫਗਾਨ ਦੇ ਸਿੱਖਾਂ ਦੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ, ਉਸ ਦਾ ਜ਼ਿਕਰ ਕਰ ਲੈਂਦੇ ਹਾਂ। ਹਿੰਦੂਆਂ, ਅਫਗਾਨ ਦੇ ਸਿੱਖ ਤੇ ਹਿੰਦੂ, ਉਹਨਾਂ ਦੇ ਇੱਕ ਵਫਦ ਦੇ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨੇ ਔਰ ਪੀਐਮ ਦੀ ਰਿਹਾਇਸ਼ ਤੇ ਇਹ ਮੁਲਾਕਾਤ ਹੋਈ। ਜ਼ਿਆਦਾਤਰ ਅਫਗਾਨ ਸਿੱਖ ਇਸ ਵਫਦ ਦੇ ਵਿੱਚ ਸੀ ਔਰ ਇਹ ਲੋਕ ਪਿਛਲੇ 2 ਦਹਾਕਿਆਂ 'ਚ ਅਫਗਾਨਿਸਤਾਨ ਤੋਂ ਭਾਰਤ ਆਏ ਨੇ। ਇਹਨਾਂ ਸਾਰਿਆਂ ਨੇ ਘੱਟ ਗਿਣਤੀਆਂ ਨੂੰ ਲੈ ਕੇ, ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ। ਮੁਲਾਕਾਤ ਲਈ ਪਹੁੰਚੇ ਲੋਕਾਂ ਨੇ ਪ੍ਰਧਾਨ ਮੰਤਰੀ ਨੂੰ ਅਫਗਾਨੀ ਸਾਫਾ ਤੇ ਉੱਥੋਂ ਦਾ ਲਿਬਾਸ ਵੀ ਭੇਂਟ ਕੀਤਾ। ਕੀ ਗੱਲਬਾਤ ਹੋਈ ਉਸ ਮੌਕੇ ਤੇ ਪ੍ਰਧਾਨ ਮੰਤਰੀ ਦੀ, ਉਹ ਵੀ ਦਿਖਾਉਣੇ। प्रस्थापित करना, क्योंकि एक महान परंपरा है, महान विरासत है। बोले सोनिहाल। श्री अकाल। मैं आपको कहना चाहता हूं प्रधानमंत्री जी, कोई नहीं सुन रहा था, मैं जनतक तौर पर कह रहा हूं, कोई नहीं सुन रहा था। सब दरवाजे खटका के देख लिए और आपने फिर सुना। हम आपके लिए हृदय से आपका धन्यवाद करने के लिए, ये सारे वो लोग आए हैं जिन्होंने सीए के दौरान लंबी लड़ाई आप लड़ते रहे और आपके सीए के बाद इन लोगों को यहाँ पे रहने का अवसर मिला। आपने मान सम्मान दिया, क्योंकि मुझे मालूम है अफगानिस्तान में ये सम्मान का कितना महत्व होता है और वहाँ का हिंदू भी इसे बड़े गर्व से पहनता है। अफगानिस्तान में ये अफगान की पहचान है। आज ये आपने मुझे पहनाया है, ये हमारे करजाई साहब देखेंगे वो सबसे ज्यादा खुश हो जाएंगे। जो आप सब यहाँ आए हैं, ये घर आपका है, आप हमारे यहाँ मेहमान नहीं है जी, आप, ये घर आपका है, ये हिंदुस्तान आपका ही घर है और हर हिंदुस्तानी आपके प्रति उतना ही प्यार और सम्मान रखता है। आपका धन्यवाद करने के लिए सर हम आए यहाँ, जो आप और आपकी सरकार ने कठिन से कठिन समय में आपने हमारे साथ दिया। और मुझे याद है जिस दिन मैं काबुल में पार्लियामेंट में मेरा भाषण था और जब मैंने खान अब्दुल गफ्फार खान की चर्चा की और जब मैंने ये कहा कि मेरा सौभाग्य रहा कि मुझे खान अब्दुल गफ्फार खान जी के दर्शन करने का सौभाग्य मिला था, तो एकदम से सदन में सब लोग बड़े ही अचंभित होकर के बड़े भक्ति भाव से। ਤਾਂ ਲਗਾਤਾਰ ਅਸੀਂ ਮਹਾ ਕਵਰੇਜ ਨਿਊਜ਼ 18 ਪੰਜਾਬ ਤੇ ਦਿਖਾ ਰਹੇ ਹਾਂ। ਕੱਲ ਤੋਂ ਸਵੇਰੇ 5 ਵਜੇ ਤੋਂ ਸਾਡੀ ਮਹਾ ਕਵਰੇਜ ਲਗਾਤਾਰ ਜਾਰੀ ਹੋ ਜਾਏਗੀ। ਸਵੇਰੇ VOTING ਦੀ ਇੱਕ ਤਸਵੀਰ ਅਸੀਂ ਤੁਹਾਨੂੰ ਦਿਖਾਵਾਂਗੇ। ਫਿਲਹਾਲ ਜ਼ਿਕਰ ਕਰ ਰਹੇ ਹਾਂ 117 ਸੀਟਾਂ ਦਾ। 117 ਸੀਟਾਂ ਦਾ ਹਾਲ ਕੀ ਹੈ, ਪੰਜਾਬ ਦੇ ਰੰਗ ਕੀ ਨੇ, ਉਹਨਾਂ 117 ਸੀਟਾਂ ਨੂੰ ਲੈ ਕੇ ਸਮੀਕਰਨ ਕੀ ਬਣਦੇ ਨੇ। ਇੱਕ ਵਾਰੀ ਫਿਰ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਦਾ ਰੁਖ ਕਰ ਲੈਂਦੇ ਹਾਂ। ਓਵਰ ਟੂ ਯੂ ਗੌਰਵ। ਬਿਲਕੁਲ ਵਿਜੇ, ਕਿਉਂਕਿ ਇਲੈਕਸ਼ਨ ਦੀ ਕਵਰੇਜ, VOTING ਵਾਲੀ ਕਵਰੇਜ ਅਸੀਂ ਸਵੇਰੇ 5 ਵਜੇ ਤੋਂ ਲਾਈਵ ਤੁਹਾਡੇ ਤੱਕ ਪਹੁੰਚਾਵਾਂਗੇ, ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇੱਕ ਹਲਕੇ ਦਾ ਹਾਲ ਵੀ ਪਹੁੰਚਾ ਸਕੀਏ। ਕਿਹੜੇ ਸਮੀਕਰਨ ਪੰਜਾਬ ਦੇ ਵਿੱਚ ਖਾਸ ਹੁੰਦੇ ਨੇ, ਕਿਹੜੇ ਸਮੀਕਰਨਾਂ ਦੇ ਉੱਤੇ ਵੋਟਾਂ ਪਈਆਂ ਨੇ ਪਿਛਲੇ ਕੁਝ ਸਮੇਂ ਦੇ ਵਿੱਚ, ਉਹਨਾਂ ਦਾ ਅਸੀਂ ਜ਼ਿਕਰ ਕਰੀਏ। ਮੈਂ ਰੂਰਲ ਸੀਟਾਂ ਦਾ ਜ਼ਿਕਰ ਕਰਦਾ ਹਾਂ, ਰੂਰਲ, ਅਰਬਨ, ਸੈਮੀ ਅਰਬਨ ਸਭ ਦਾ ਮੈਂ ਜ਼ਿਕਰ ਕਰਾਂਗਾ। ਪਰ ਪਹਿਲਾਂ ਸ਼ੁਰੂਆਤ ਕਰਦੇ ਹਾਂ ਆਪਾਂ ਰੂਰਲ ਤੋਂ। ਰੂਰਲ ਦੀਆਂ 66 ਸੀਟਾਂ ਨੇ। ਸੈਮੀ ਅਰਬਨ ਦਾ ਗ੍ਰਾਫਿਕ ਮੇਰੇ ਪਿੱਛੇ, ਜੀ ਹਾਂ, ਸੈਮੀ ਅਰਬਨ ਦਾ ਆ ਚੁੱਕਿਆ ਹੈ। ਸੈਮੀ ਅਰਬਨ ਦਾ ਮੈਂ ਜ਼ਿਕਰ ਕਰਾਂ, 117 ਦੇ ਵਿੱਚੋਂ ਸੈਮੀ ਅਰਬਨ ਦੀਆਂ 34 ਸੀਟਾਂ ਨੇ। ਦੇਖੋ, ਬੀਜੇਪੀ, ਅਕਾਲੀ ਦਲ ਦਾ ਪਿਛਲੀ ਵਾਰ ਗਠਜੋੜ ਸੀ, ਆਮ ਆਦਮੀ ਪਾਰਟੀ, ਕਾਂਗਰਸ ਅਲੱਗ-ਅਲੱਗ ਚੋਣ ਮੈਦਾਨ ਦੇ ਵਿੱਚ ਸੀ। ਕਾਂਗਰਸ ਦੀ ਸਰਕਾਰ ਬਣੀ ਤਾਂ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਮੈਂ ਜ਼ਿਕਰ ਕਰਾਂ ਤਾਂ 21 ਸੀਟਾਂ ਦੇਖੋ ਕਾਂਗਰਸ ਨੂੰ ਇੱਥੇ ਜਿੱਤਣ ਦੇ ਵਿੱਚ ਕਾਮਯਾਬੀ ਮਿਲੀ। ਇੱਕ ਵੱਡਾ ਵੋਟ ਬੈਂਕ ਜਿਹੜਾ ਸੈਮੀ ਅਰਬਨ ਵਾਲਾ ਸੀਗਾ ਉਹ ਕਾਂਗਰਸ ਦੇ ਖਾਤੇ ਵਿੱਚ ਚਲਾ ਗਿਆ। 34 ਦੇ ਵਿੱਚੋਂ ਜਦੋਂ ਕਿਸੇ ਨੂੰ 21 ਸੀਟਾਂ ਮਿਲ ਜਾਣ ਤਾਂ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੇ ਕੋਲ ਉਸ ਵਰਗ ਦੀ ਤਾਂ ਇੱਕ ਚੰਗੀ ਮੈਜੋਰਟੀ ਜ਼ਰੂਰ ਆ ਗਈ।
ਆਮ ਆਦਮੀ ਪਾਰਟੀ ਨੇ ਟੋਟਲ 20 ਸੀਟਾਂ ਜਿੱਤੀਆਂ ਸੀ, ਉਸ ਦੇ ਵਿੱਚੋਂ ਸੈਮੀ ਅਰਬਨ 7 ਸੀਟਾਂ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ 4 ਔਰ ਬੀਜੇਪੀ ਦਾ ਅਸੀਂ ਜ਼ਿਕਰ ਕਰੀਏ ਤਾਂ 2, ਟੋਟਲ 3 ਸੀਟਾਂ ਸੀ ਬੀਜੇਪੀ ਕੋਲ ਔਰ ਉਸ ਦੇ ਵਿੱਚੋਂ 2 ਸੈਮੀ ਅਰਬਨ ਸੀ। ਸੈਮੀ ਅਰਬਨ ਦਾ ਸੈਮੀ ਹੈ ਜਿੱਥੇ ਇੱਕ ਵੱਡਾ ਸ਼ਹਿਰ ਵੀ ਹੈ ਔਰ ਨਾਲ ਜਿਹੜੇ ਪਿੰਡਾਂ ਦੀ ਤਾਦਾਦ ਵੀ ਕਾਫੀ ਵੱਡੀ ਹੈ, ਤਾਂ ਉਸ ਨੂੰ ਸੈਮੀ ਅਰਬਨ ਕਹਿ ਦਿੱਤਾ ਜਾਂਦਾ ਹੈ, ਯਾਨੀ ਕਿ ਉੱਥੇ ਕਰੀਬ ਅੱਧੇ ਵੋਟਰ ਸ਼ਹਿਰੀ ਨੇ, ਅੱਧੇ ਵੋਟਰ ਪਿੰਡਾਂ ਦੇ ਵਿੱਚ ਰਹਿੰਦੇ ਨੇ, ਤਾਂ ਉਹ ਸੈਮੀ ਅਰਬਨ ਇੱਕ ਤਰੀਕੇ ਨਾਲ ਕਹਿ ਦਿੱਤਾ ਜਾਂਦਾ ਉਸ ਨੂੰ। ਤਾਂ 34 ਸੀਟਾਂ ਨੇ ਅਜਿਹੀਆਂ ਜਿੱਥੇ ਇੱਕ ਤੁਸੀਂ ਕਹਿ ਸਕਦੇ ਹੋ ਕਿ ਨਾ ਪਿੰਡ ਵਾਲਿਆਂ ਦੀ ਡੋਮੀਨੇਟ ਕਰਦੇ ਨੇ, ਨਾ ਸ਼ਹਿਰ ਵਾਲੇ VOTING ਦੇ ਤੌਰ ਦੇ ਉੱਤੇ ਡੋਮੀਨੇਟ ਕਰਦੇ ਨੇ। ਇਸ ਕਰਕੇ ਸੈਮੀ ਅਰਬਨ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਿੱਥੇ 34 ਸੀਟਾਂ ਟੋਟਲ ਨੇ ਤੇ 21 ਕਾਂਗਰਸ ਨੂੰ ਮਿਲੀਆਂ। ਔਰ ਖਾਸ ਇਹ ਵੀ ਹੈ, ਮੈਂ ਕਾਂਗਰਸ ਦਾ ਇੱਕ ਵਾਰੀ ਵੋਟ ਪਰਸੈਂਟੇਜ ਹੈ 38% ਤੋਂ ਜ਼ਿਆਦਾ 38.68% ਵੋਟ ਪਰਸੈਂਟ ਜਿੱਤਣ ਦੇ ਵਿੱਚ ਕਾਮਯਾਬ ਰਹੀ ਸੀ ਕਾਂਗਰਸ, ਔਰ ਇਸ ਕਰਕੇ ਹੀ ਤੁਸੀਂ ਦੇਖ ਲਓ ਕਿ 21 ਸੀਟਾਂ ਮਿਲੀਆਂ। ਆਮ ਆਦਮੀ ਪਾਰਟੀ ਦਾ ਵੋਟ ਬੈਂਕ ਕਰੀਬ 26% ਤਾਂ ਜ਼ਰੂਰ ਸੀ, ਪਰ ਗੱਲ ਇਹ ਹੈ ਕਿ ਵੋਟਾਂ ਪਈਆਂ ਪਰ ਸੀਟਾਂ ਸਿਰਫ 7 ਹੀ ਆਈਆਂ। ਇਹ ਲਗਾਤਾਰ ਜ਼ਿਕਰ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਵੋਟਾਂ ਪੈ ਗਈਆਂ ਤਾਂ ਫਿਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸੀਟਾਂ ਦੇ ਵਿੱਚ ਕਨਵਰਟ ਹੋ ਜਾਏਗੀ। ਅਕਾਲੀ ਦਲ ਆਪਣਾ ਵੋਟ ਬੈਂਕ ਬਚਾਉਣ ਦੇ ਵਿੱਚ ਕਾਮਯਾਬ ਤਾਂ ਰਿਹਾ ਸੀ, ਪਰ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਸੀਟਾਂ ਉਨੀਆਂ ਕਨਵਰਟ ਨਹੀਂ ਹੋ ਸਕੀਆਂ ਸੀ। ਸੇਮ ਆਮ ਆਦਮੀ ਪਾਰਟੀ ਨਾਲ ਵੀ ਸੀ। ਤੁਸੀਂ ਦੇਖੋ ਸੈਮੀ ਅਰਬਨ ਦੇ ਵਿੱਚ ਅਕਾਲੀ ਦਲ ਨੂੰ 22% ਤੋਂ ਜ਼ਿਆਦਾ ਵੋਟ ਉੱਥੇ ਜ਼ਰੂਰ ਪਿਆ, ਪਰ ਸੀਟਾਂ ਸਿਰਫ 4 ਹੀ ਆਈਆਂ ਤੇ ਨਤੀਜਾ ਇਹ ਸੀ ਕਿ ਅਕਾਲੀ ਦਲ ਤੀਜੇ ਨੰਬਰ ਦੇ ਉੱਤੇ 2017 ਦੇ ਵਿੱਚ ਪਹੁੰਚ ਗਈ। ਅੱਗੇ ਵਧਦੇ ਹਾਂ, ਸੈਮੀ ਅਰਬਨ ਤੋਂ ਬਾਅਦ ਮੈਂ ਅਰਬਨ ਦਾ ਵੀ ਜ਼ਿਕਰ ਕਰਾਂਗਾ ਕਿ ਜਿਹੜੀਆਂ ਨਿਰੋਲ ਸ਼ਹਿਰੀ ਸੀਟਾਂ ਨੇ, ਅਰਬਨ ਸੀਟਾਂ ਜਿਸ ਨੂੰ ਕਿਹਾ ਜਾਂਦਾ ਹੈ, ਤਾਂ ਅਰਬਨ ਸੀਟਾਂ ਦੇ ਉੱਤੇ ਕੀ ਕੁਝ ਮਾਹੌਲ ਸੀ 2017 ਦੇ ਵਿੱਚ, ਕਿਸ ਦੇ ਵੋਟਾਂ ਕਿਸ ਨੂੰ ਪਈਆਂ। ਰੂਰਲ ਦਾ ਆਪਾਂ ਜ਼ਿਕਰ ਕੀਤਾ ਹੈ, ਸੈਮੀ ਅਰਬਨ ਦਾ ਜ਼ਿਕਰ ਕੀਤਾ ਹੈ, ਤੇ ਹੁਣ ਅਸੀਂ ਅਰਬਨ ਸੀਟਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਜਿਹੜੀਆਂ ਨਿਰੋਲ ਸੀਟਾਂ ਨੇ। ਨਿਰੋਲ ਸੀਟਾਂ ਅਰਬਨ ਕਿਹੜੀਆਂ ਹੋਣਗੀਆਂ? ਜਿਹੜੀਆਂ ਪਿਓਰ ਸ਼ਹਿਰੀ ਸੀਟਾਂ ਨੇ, ਜਿਵੇਂ ਕਿ ਲੁਧਿਆਣਾ ਦੀਆਂ ਹੋਣਗੀਆਂ, ਅੰਮ੍ਰਿਤਸਰ ਦੀਆਂ ਹੋਣਗੀਆਂ, ਜਿਹੜੇ ਵੱਡੇ ਸ਼ਹਿਰ ਨੇ ਔਰ ਉਹਨਾਂ ਦੇ ਅੰਦਰ ਕਈ ਸੀਟਾਂ ਨੇ। ਤੁਸੀਂ ਅੰਮ੍ਰਿਤਸਰ ਦੇ ਵਿੱਚ ਚਲੇ ਜਾਓ ਤਾਂ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਵੱਖ-ਵੱਖ ਸੀਟਾਂ, ਮੈਂ ਉਹਨਾਂ ਦੇ ਉੱਤੇ ਜਾਵਾਂਗਾ, ਪਰ ਉਸ ਤੋਂ ਪਹਿਲਾਂ ਆਪਾਂ ਰਿਜ਼ਰਵ ਸੀਟਾਂ ਦਾ ਵੀ, ਕਿਉਂਕਿ ਇਸ ਵਾਰ ਐਸਸੀ ਭਾਈਚਾਰਾ ਦਲਿਤ ਵੋਟ ਬੈਂਕ ਦਾ ਜ਼ਿਕਰ ਬਹੁਤ ਹੋ ਰਿਹਾ ਹੈ, ਤਾਂ ਐਸਸੀ ਰਿਜ਼ਰਵ ਸੀਟਾਂ ਪੰਜਾਬ ਦੇ ਵਿੱਚ ਟੋਟਲ ਨੇ 34। ਇਹ ਬਹੁਤ ਅਹਿਮ ਹੈ ਅੰਕੜਾ, ਔਰ ਇਹ ਇਸ ਕਰਕੇ ਵੀ ਜਾਣਨਾ ਜ਼ਰੂਰੀ ਹੈ ਕਿਉਂਕਿ ਕਾਂਗਰਸ ਬਹੁਤ ਡੋਮੀਨੈਂਟ ਨਜ਼ਰ ਆਈ ਸੀਗੀ ਜਿਹੜੀਆਂ ਐਸਸੀ ਭਾਈਚਾਰੇ ਦੀਆਂ ਸੀਟਾਂ ਨੇ, ਜਿਸ ਨੂੰ ਆਪਾਂ ਰਿਜ਼ਰਵ ਸੀਟਾਂ ਕਹਿੰਦੇ ਆ, ਤਾਂ ਉੱਥੇ 21 ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਸੀ ਕਾਂਗਰਸ। 34 ਦੇ ਵਿੱਚੋਂ 21 ਸੀਟਾਂ, ਤਾਂ ਵੱਡਾ ਵੋਟ ਬੈਂਕ ਜ਼ਰੂਰ ਮਿਲਿਆ। ਪਰ ਦੂਜੇ ਨੰਬਰ ਤੇ ਕੌਣ ਸੀ? ਦੂਜੇ ਨੰਬਰ ਦੇ ਉੱਤੇ ਸੀ ਆਮ ਆਦਮੀ ਪਾਰਟੀ। 9 ਸੀਟਾਂ ਮਿਲਦੀਆਂ ਨੇ, 20 ਦੇ ਵਿੱਚੋਂ 9 ਸੀਟਾਂ ਰਿਜ਼ਰਵ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀਆਂ। ਅਕਾਲੀ ਦਲ ਦੇ ਕੋਲ ਸਿਰਫ 3 ਸੀ ਔਰ ਬੀਜੇਪੀ ਦੇ ਕੋਲ 1 ਸੀਟ ਰਿਜ਼ਰਵ ਵਾਲੀ ਆਈ। ਤੁਹਾਨੂੰ ਯਾਦ ਹੋਏਗਾ ਫਗਵਾੜਾ ਵਾਲੀ ਸੀਟ ਸੀ ਉਹ, ਜਿਹੜੀ ਸੋਮ ਪ੍ਰਕਾਸ਼ ਉੱਥੇ ਜਿੱਤੇ ਸਨ। ਔਰ ਵੋਟ ਪਰਸੈਂਟੇਜ ਵੀ ਦੇਖੋ, 28-29% ਆਮ ਆਦਮੀ ਪਾਰਟੀ ਨੂੰ ਵੋਟ ਪਰਸੈਂਟੇਜ ਪਿਆ। ਔਰ ਮੈਂ ਕਾਂਗਰਸ ਦਾ ਵੋਟ ਪਰਸੈਂਟੇਜ ਦੇਖਾਂ ਤਾਂ ਇੱਕ ਚੰਗੀ ਲੀਡ ਦਲਿਤ ਭਾਈਚਾਰੇ ਦੀਆਂ ਵੋਟਾਂ ਦੇ ਵਿੱਚ ਕਰੀਬ 38-39%, 38% ਤੋਂ ਜ਼ਿਆਦਾ ਇਹ ਜ਼ਰੂਰ ਹੈਗਾ ਇਹ ਵੋਟ ਪਰਸੈਂਟੇਜ। ਬੀਜੇਪੀ ਨੂੰ 4-4.5%। ਬੀਜੇਪੀ ਦੇ ਇਸ ਕਰਕੇ ਵੀ ਮੈਂ ਜ਼ਿਕਰ ਕਰ ਦਵਾਂ ਕਿਉਂਕਿ ਅਕਾਲੀ ਦਲ ਦੇ ਨਾਲ ਗੱਠਜੋੜ ਸੀ ਔਰ 23 ਸੀਟਾਂ ਦੇ ਉੱਤੇ ਬੀਜੇਪੀ ਪਿਛਲੀ ਵਾਰ ਚੋਣ ਮੈਦਾਨ ਦੇ ਵਿੱਚ ਸੀ। ਇਸ ਕਰਕੇ ਪਰਸੈਂਟੇਜ ਉਹਨਾਂ ਸੀਟਾਂ ਦਾ ਹੀ ਹੈ ਜਿੱਥੇ ਬੀਜੇਪੀ ਚੋਣ ਮੈਦਾਨ ਦੇ ਵਿੱਚ ਉਤਰੀ ਸੀ, ਤਾਂ 4.13% ਕਰੀਬ। ਖਾਸ ਇਹ ਵੀ ਹੈ ਕਿ ਇਸ ਵਾਰ ਕਾਂਗਰਸ ਕੀ ਇਸ ਪਰਫਾਰਮੈਂਸ ਨੂੰ ਦੁਹਰਾਉਣ ਦੇ ਵਿੱਚ ਕਾਮਯਾਬ ਹੋਏਗੀ। ਦਲਿਤ ਵੋਟ ਬੈਂਕ ਦੇ ਉੱਤੇ ਬਹੁਤ ਫੋਕਸ ਹੈ। ਸੀਐਮ ਚਿਹਰਾ ਐਸਸੀ ਭਾਈਚਾਰੇ ਤੋਂ ਐਲਾਨਿਆ ਗਿਆ ਹੈ ਕਾਂਗਰਸ ਦੇ ਵੱਲੋਂ, ਤਾਂ ਕਿ ਇਹ ਪਰਫਾਰਮੈਂਸ 34 ਦੇ ਵਿੱਚੋਂ 21 ਜਾਂ ਇਸ ਤੋਂ ਵੀ ਵਧੀਆ ਪਰਫਾਰਮੈਂਸ ਹੋ ਸਕਦੀ ਹੈ ਜਾਂ ਇਸ ਤੋਂ ਹੇਠਾਂ ਗ੍ਰਾਫ ਜਾ ਸਕਦਾ ਹੈ। ਉਸ ਦੀ ਇੱਕ ਵਜ੍ਹਾ ਇਹ ਵੀ ਹੈ, ਵੱਡੀ ਵਜ੍ਹਾ ਉਹ ਹੈ ਸ਼੍ਰੋਮਣੀ ਅਕਾਲੀ ਦਲ। ਅਕਾਲੀ ਦਲ ਨੂੰ ਪਿਛਲੀ ਵਾਰ ਬੇਸ਼ੱਕ 3 ਸੀਟਾਂ ਮਿਲੀਆਂ ਨੇ, ਪਰ ਇਸ ਵਾਰ ਅਕਾਲੀ ਦਲ ਬੀਐਸਪੀ ਦੇ ਨਾਲ ਗੱਠਜੋੜ ਕਰਕੇ ਚੋਣ ਮੈਦਾਨ ਦੇ ਵਿੱਚ ਹੈ। ਔਰ ਬੀਐਸਪੀ ਦੇ ਲਈ ਇਹ ਵੀ ਖਾਸ ਹੈ ਕਿ ਬੀਐਸਪੀ ਦਾ ਦੁਆਬੇ ਦੇ ਵਿੱਚ ਚੰਗਾ ਆਧਾਰ ਕਿਹਾ ਜਾਂਦਾ ਹੈ, ਤਾਂ ਕਿ ਇਸ ਵਾਰ ਵੋਟ ਬੈਂਕ ਬਦਲੇਗਾ ਨਹੀਂ ਬਦਲੇਗਾ, ਇੱਕ ਵੱਡਾ ਜ਼ਰੂਰ ਮੁੱਦਾ ਹੈ। ਅੱਗੇ ਵਧਦੇ ਹਾਂ ਤੇ ਹੁਣ ਗੱਲ ਕਰਦੇ ਹਾਂ ਸਿੱਖ ਡੋਮੀਨੇਟ ਸੀਟਾਂ, ਜਿੱਥੇ ਸਿੱਖ ਭਾਈਚਾਰੇ ਦੀਆਂ ਵੋਟਾਂ ਬਹੁਲ ਇਲਾਕੇ, ਜਿੱਥੇ ਤੁਸੀਂ ਕਹਿ ਸਕਦੇ ਹੋ ਡੋਮੀਨੇਟ ਸੀਟਾਂ ਨੇ ਜੋ ਬਿਲਕੁਲ ਤੈਅ ਕਰਦੀਆਂ ਨੇ ਉੱਥੇ ਸਿੱਖ ਆਬਾਦੀ, ਸਿੱਖ ਭਾਈਚਾਰਾ, ਸਿੱਖਾਂ ਦੀਆਂ ਵੋਟਾਂ ਕਿ ਕੌਣ ਇੱਥੇ ਜਿੱਤੇਗਾ ਜਾਂ ਹਾਰੇਗਾ। ਤਾਂ ਉੱਥੇ ਵੀ ਕਾਂਗਰਸ ਨੇ ਜ਼ਬਰਦਸਤ ਪਰਫਾਰਮੈਂਸ ਦਿਖਾਈ ਸੀ। ਮੈਂ ਪਹਿਲਾਂ ਕਾਂਗਰਸ ਤੋਂ ਹੀ ਸ਼ੁਰੂਆਤ ਕਰਦਾ ਹਾਂ। 41 ਸੀਟਾਂ, ਦੇਖੋ 41 ਸੀਟਾਂ ਜੇਕਰ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਤਾਂ ਸਿੱਧਾ ਜਿਹਾ ਇਸ ਦਾ ਮਤਲਬ ਇਹ ਹੈ ਕਿ ਕਾਂਗਰਸ ਸਿੱਖ ਭਾਈਚਾਰੇ ਦਾ ਭਰੋਸਾ ਜਿੱਤਣ ਦੇ ਵਿੱਚ ਕਾਮਯਾਬ ਰਹੀ। ਉਸ ਤੋਂ ਬਾਅਦ ਤੁਸੀਂ ਆਮ ਆਦਮੀ ਪਾਰਟੀ ਦੇਖ ਲਓ, ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਹੈ ਔਰ ਇਹ 17 ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਆਮ ਆਦਮੀ ਪਾਰਟੀ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ 20 ਦੇ ਵਿੱਚੋਂ ਜੇ ਆਮ ਆਦਮੀ ਪਾਰਟੀ ਨੂੰ 17 ਸੀਟਾਂ ਸਿੱਖ ਡੋਮੀਨੇਟ ਇਲਾਕਿਆਂ ਦੇ ਵਿੱਚ ਮਿਲੀਆਂ ਨੇ, ਤਾਂ ਬਾਕੀ ਦੀਆਂ 3 ਸੀਟਾਂ ਉਹ ਸੀ ਜਿੱਥੇ ਹਿੰਦੂ ਵੋਟ ਬੈਂਕ ਵੀ ਕਾਫੀ ਵੱਡੇ ਪੱਧਰ ਤੇ ਹੈ। ਪਰ ਸਵਾਲ ਇਹੀ ਹੈ ਕਿ ਪਿਛਲੀ ਵਾਰ ਹਿੰਦੂ ਵੋਟ ਬੈਂਕ ਦਾ ਸਾਥ ਨਹੀਂ ਮਿਲਿਆ ਔਰ ਇਸ ਵਾਰ ਮਿਲੇਗਾ। ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਸਵਾਲ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਸਭ ਤੋਂ ਵੱਡਾ ਸੈਟਬੈਕ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ 8 ਸੀਟਾਂ ਜਿੱਤੀਆਂ। ਤੁਸੀਂ ਟੋਟਲ ਦੇਖ ਰਹੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ 66 ਸੀਟਾਂ ਨੇ, 117 ਚੋਂ 66 ਸੀਟਾਂ ਨੇ ਜਿਹੜੀਆਂ ਸਿੱਖ ਡੋਮੀਨੇਟ ਨੇ, ਜਿੱਥੇ ਸਿੱਖ ਭਾਈਚਾਰੇ ਦੀ ਜ਼ਿਆਦਾ ਆਬਾਦੀ ਹੈ VOTING ਦੇ ਤੌਰ ਦੇ ਉੱਤੇ, ਤਾਂ ਉੱਥੇ ਸਿਰਫ 8 ਸੀਟਾਂ ਅਕਾਲੀ ਦਲ ਨੂੰ ਮਿਲੀਆਂ। ਬੀਜੇਪੀ ਦਾ ਖਾਤਾ ਨਹੀਂ ਖੁੱਲਿਆ ਤੇ ਦੂਜੇ ਪਾਸੇ ਅਦਰਸ ਦਾ ਖਾਤਾ ਵੀ ਨਹੀਂ ਖੁੱਲਿਆ। ਹੁਣ ਅੱਗੇ ਵਧਦੇ ਹਾਂ, ਸਿੱਖ ਡੋਮੀਨੇਟਿੰਗ ਹੋ ਗਿਆ ਤੇ ਪੰਜਾਬ ਦੇ ਵਿੱਚ ਇੱਕ ਵੱਡਾ ਵੋਟ ਬੈਂਕ ਹਿੰਦੂ ਵੋਟ ਬੈਂਕ ਵੀ ਹੈ। ਹੁਣ ਉਹਨਾਂ ਦਾ ਜ਼ਿਕਰ, ਹਿੰਦੂ ਬਹੁਲ ਇਲਾਕੇ ਪੰਜਾਬ ਦੇ ਵਿੱਚ ਕਿੰਨੇ ਨੇ? 117 ਦੇ ਵਿੱਚ ਸਿਰਫ 15 ਸੀਟਾਂ ਨੇ ਜਿੱਥੇ ਹਿੰਦੂ ਭਾਈਚਾਰਾ ਆਪਣੇ ਵੋਟ ਦੇ ਨਾਲ ਉਮੀਦਵਾਰ ਦੀ ਕਿਸਮਤ ਤੈਅ ਕਰਦਾ ਹੈ। ਮਤਲਬ ਕਿ ਜ਼ਿਆਦਾ ਆਬਾਦੀ ਉੱਥੇ ਹਿੰਦੂ ਭਾਈਚਾਰੇ ਦੀ ਹੈ, ਉੱਥੇ डिसीजन वाली अपनी वोट के जरिए हिंदू भाईचारा है। पर पहले मैं रुख करदा कांग्रेस का। देखो कांग्रेस बार-बार तुहानू 2017 के अंकड़े दे विच नजर आ रहा होएगा कि तकरीबन हर असी वक-वक चीज़ां दिखाण दी, चाहे वो सैमी अर्बन होवे, रूरल होवे, या फिर रिजर्व सीटां होण, या फिर सिख डोमीनेटिंग होण, या फिर हुण हिंदू जिहड़ियां असी तुहानू डोमीनेटिंग सीटां दिखा रहे हैं। इत्थे भी 12 सीटां जित्तियां ने 15 दे विचों। ਇਹ ਦੱਸਣ ਦੇ ਲਈ ਕਾਫੀ ਹੈ ਕਿ ਜੇ 77 ਸੀਟਾਂ ਕਿਸੇ ਪਾਰਟੀ ਨੂੰ ਮਿਲਦੀਆਂ ਨੇ, 2017 ਚ ਕਾਂਗਰਸ ਨੂੰ 77 ਸੀਟਾਂ ਮਿਲੀਆਂ ਸੀ, ਜੇ ਕਿਸੇ ਪਾਰਟੀ ਨੂੰ 77 ਸੀਟਾਂ ਮਿਲਦੀਆਂ ਨੇ ਤਾਂ ਉਸ ਦਾ ਸਿੱਧਾ ਜਿਹਾ ਮਤਲਬ ਹੁੰਦਾ ਹੈ ਕਿ ਉੱਥੇ ਜਿਹੜੇ ਵੀ ਵਰਗ ਰਹਿ ਰਹੇ ਨੇ ਉਹਨਾਂ ਦਾ ਸਾਥ ਮਿਲਿਆ ਹੋਏਗਾ, ਉੱਥੇ ਜਿਹੜੀ ਵੀ ਵੱਖ-ਵੱਖ ਖੇਤੇ ਨੇ ਉਹਨਾਂ ਦਾ ਸਾਥ ਮਿਲਿਆ ਹੋਏਗਾ, ਚਾਹੇ ਮਾਝਾ ਹੋਵੇ, ਮਾਲਵਾ ਹੋਵੇ, ਦੁਆਬਾ ਹੋਵੇ। ਤਾਂ ਉਸ ਤਰੀਕੇ ਨਾਲ ਇਸ ਸਮੇਂ ਜ਼ਰੂਰ ਅੰਕੜੇ ਨਜ਼ਰ ਆ ਰਹੇ ਨੇ। ਦੂਜੇ ਨੰਬਰ ਤੇ ਬੀਜੇਪੀ ਰਹੀ, ਕਿਉਂਕਿ ਬੀਜੇਪੀ ਕੋਸ਼ਿਸ਼ ਕਰਦੀ ਹੈ ਕਿ वोट बैंक ਜਿਹੜਾ ਹਿੰਦੂ ਵੋਟ ਬੈਂਕ ਤੱਕ ਜਿਹੜੀ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ, ਤਾਂ ਸਿਰਫ 2 ਸੀਟਾਂ ਹੀ ਉੱਥੇ ਬੀਜੇਪੀ ਨੂੰ ਮਿਲੀਆਂ ਸੀ। ਮੈਂ ਦੁਬਾਰਾ ਜ਼ਿਕਰ ਕਰ ਰਿਹਾ ਕਿ 23 ਸੀਟਾਂ ਦੇ ਉੱਤੇ ਬੀਜੇਪੀ ਲੜਦੀ ਹੈ। ਖੈਰ ਗ੍ਰਾਫਿਕ ਦੇਖਦੇ ਹਾਂ, ਗ੍ਰਾਫਿਕ ਚੇਂਜ ਹੋ ਚੁੱਕਿਆ ਹੈ ਤੇ ਹੁਣ ਆ ਚੁੱਕਿਆ ਅਰਬਨ ਵੀ ਸ਼ੁਰੂ ਕਰਾਂਗੇ ਕਾਂਗਰਸ ਤੋਂ। ਅਰਬਨ ਪੰਜਾਬ ਦੇ ਵਿੱਚ ਸਿਰਫ 17 ਸੀਟਾਂ ਨੇ। ਇਸ ਦਾ ਮਤਲਬ ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਉਹ ਸੀਟਾਂ ਜਿੱਥੇ ਸ਼ਹਿਰੀ ਵੋਟਰ ਹੈ ਜਾਂ ਜਿੱਥੇ ਪਿੰਡੂ ਵੋਟਰ ਬਹੁਤ ਘੱਟ ਹੈ, ਕਿ ਕਈ ਇਲਾਕੇ ਅਜਿਹੇ ਨੇ ਜਿੱਥੇ 2 ਵੱਡੇ ਸ਼ਹਿਰ ਨੇ ਜਾਂ ਇੱਕ ਵੱਡਾ ਸ਼ਹਿਰ ਹੈ। ਮੈਂ ਜਿਵੇਂ ਲੁਧਿਆਣਾ ਦਾ ਜ਼ਿਕਰ ਕਰਾਂ ਕਿ ਲੁਧਿਆਣਾ ਦੇ ਅੰਦਰ ਅਲੱਗ-ਅਲੱਗ ਸੀਟਾਂ ਨੇ, ਲੁਧਿਆਣਾ ਵੈਸਟ ਹੈ, ਲੁਧਿਆਣਾ ਦੀਆਂ ਹੋਰ ਸੀਟਾਂ ਨੇ, ਲੁਧਿਆਣਾ ਸਾਊਥ ਹੈ, ਆਤਮ ਨਗਰ ਹੈ। ਤਾਂ ਇੱਥੇ ਜਿਹੜੇ ਸ਼ਹਿਰੀ ਵੋਟਰ ਹੈ ਉਹਨਾਂ ਦੀ ਤਾਦਾਦ ਜ਼ਿਆਦਾ ਹੈ। ਉਹ ਅੰਮ੍ਰਿਤਸਰ, ਜਲੰਧਰ ਵੀ ਸੇਮ ਹੈ ਔਰ ਇਹ 17 ਸੀਟਾਂ ਟੋਟਲ ਨੇ। ਤੇ ਇਹਨਾਂ ਦੇ ਵਿੱਚੋਂ ਕਾਂਗਰਸ ਕਿੰਨੀ ਜਿੱਤੀ? ਕਾਂਗਰਸ ਜਿੱਤੀ 15 ਸੀਟਾਂ। 17 ਦੇ ਵਿੱਚੋਂ 15 ਸੀਟਾਂ ਔਰ 2 ਸੀਟਾਂ ਅਦਰਸ ਦੇ ਕੋਲ ਚਲੀਆਂ ਗਈਆਂ। ਇਹ 2 ਤਾਂ ਵੱਖ-ਵੱਖ ਸੀਟਾਂ ਅਸੀਂ ਦਿਖਾਈਆਂ। ਮੇਰੇ ਸਹਿਯੋਗੀ ਗੌਰਵ ਸ਼ੁਕਲਾ ਜਿਸ ਤਰੀਕੇ ਨਾਲ ਦੱਸ ਰਹੇ ਸੀ ਕਿ ਰੂਰਲ ਸੀਟਾਂ, ਅਰਬਨ ਸੀਟਾਂ, ਕਿੱਥੇ ਕਿਹੜੀ ਪਾਰਟੀ ਨੂੰ ਫਾਇਦਾ ਹੋਇਆ। ਕਾਂਗਰਸ ਪਾਰਟੀ ਨੂੰ 2017 ਦੇ ਵਿੱਚ ਇਸ ਦਾ ਸਭ ਤੋਂ ਵੱਡਾ ਫਾਇਦਾ ਮਿਲਿਆ ਇਹਨਾਂ ਸਮੀਕਰਨਾਂ ਦਾ। ਸ਼ਹਿਰੀ ਸੀਟਾਂ ਤੇ ਜਿਹੜੀਆਂ ਪਿੰਡੂ ਸੀਟਾਂ, ਯਾਨੀ ਨਿਰੋਲ ਸ਼ਹਿਰੀ ਔਰ ਨਿਰੋਲ ਪਿੰਡੂ ਤੋਂ ਇਲਾਵਾ ਕੁਝ ਸੈਮੀ ਅਰਬਨ ਸੀਟਾਂ ਨੇ, ਉੱਥੇ ਕਿਸ ਤਰੀਕੇ ਦੇ ਆંકੜੇ ਰਹੇ ਸੀ ਅਸੀਂ ਪਿਛਲੀ ਵਾਰ ਦੇ ਦਿਖਾਉਣ ਦੀ ਕੋਸ਼ਿਸ਼ ਕੀਤਾ ਤਾਂ ਕਿ ਤਸਵੀਰ ਸਾਫ਼ ਹੋ ਜਾਵੇ, ਸਮਝ ਸਕਣ ਲੋਕ ਆંકੜਿਆਂ ਦੇ ਆਧਾਰ ਤੇ ਕਿ ਕਿੱਥੇ ਕਿਸ ਤਰੀਕੇ ਦੇ ਵੋਟ ਫੈਕਟਰ ਨੇ ਔਰ ਕਿਵੇਂ ਵੋਟ ਪ੍ਰਭਾਵਿਤ ਹੁੰਦੀ ਹੈ। ਲਗਾਤਾਰ ਸਾਡੀ ਇਹ ਮਹਾ ਕਵਰੇਜ ਜਾਰੀ ਰਹੇਗੀ। ਗ੍ਰਾਫਿਕਸ ਦੇ ਜ਼ਰੀਏ ਅਸੀਂ ਵੱਖ-ਵੱਖ ਸੀਟਾਂ ਦਾ ਹਾਲ ਦੱਸਦੇ ਰਵਾਂਗੇ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣਾ ਹੈ, ਜਲਦ ਵਾਪਸ ਆਉਣੇ।